ਅੱਜ ਦੇ ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਸਤਪਾਲ ਸਿੰਘ ਜੌਲ, ਤੁਹਾਡੀ ਸੇਵਾ ਦੇ ਵਿੱਚ। ਕ੍ਰਿਸਮਸ ਦਾ ਤਿਉਹਾਰ ਆਉਣ ਦੇ ਵਿੱਚ ਹੁਣ ਇੱਕ ਹਫ਼ਤਾ ਹੀ ਬਾਕੀ ਰਹਿ ਗਿਆ ਤੇ ਤੁਹਾਨੂੰ ਪਤਾ ਵੀ ਕ੍ਰਿਸਮਸ ਦੇ ਮੌਕੇ ਤੇ ਬੱਚਿਆਂ ਨੂੰ ਸੈਂਟਾ ਕਲਾਉਸ ਨੂੰ ਮਿਲਣ ਦਾ ਬੜਾ ਚਾਅ ਹੁੰਦਾ ਹੈ, ਕਿਉਂਕਿ ਤੋਹਫੇ ਤੇ ਉਹਨਾਂ ਦੇ ਕੋਲੋਂ ਲਾਡ ਪਿਆਰ ਮਿਲਣ ਦੀ ਆਸ ਹੁੰਦੀ ਆ। ਤੇ ਸੰਤਾ ਕਲਾਉਸ ਜਿਹੜਾ ਜੀ ਵੀ ਕੋਵਿਡ-19 ਕਰਕੇ ਸਿਚੁਏਸ਼ਨ ਬਣੀ ਹੋਈ ਸੀ ਵੀ ਕਿਸ ਤਰ੍ਹਾਂ ਹੋਵੇਗਾ, ਪਰ ਹੁਣ ਕੈਨੇਡਾ ਭਰ ਦੇ ਵਿੱਚ ਹੀ ਸੰਤਾ ਕਲਾਉਸ ਨੂੰ ਬਕਾਇਦਾ ਤੌਰ ਤੇ ਐਸੈਂਸ਼ੀਅਲ ਵਰਕਰ ਦਾ ਦਰਜਾ ਦੇ ਦਿੱਤਾ ਗਿਆ। ਸੋ ਆਸ਼ਾ ਜੀ ਕਿ ਵੀ ਕ੍ਰਿਸਮਸ ਦੇ ਦਿਹਾੜੇ ਤੇ ਜੋ ਸੰਤਾ ਕਲਾਉਸ ਹੈ ਉਹ ਬੱਚਿਆਂ ਨੂੰ ਜਗ੍ਹਾ ਜਗ੍ਹਾ ਤੇ ਕੈਨੇਡਾ ਵਿੱਚ ਮਿਲ ਸਕੇਗਾ। ਟੋਰਾਂਟੋ ਦੀ ਸਿਟੀ ਕੌਂਸਲ ਦੇ ਵੱਲੋਂ ਵੀ ਸੰਤਾ ਕਲਾਉਸ ਨੂੰ ਐਸੈਂਸ਼ੀਅਲ ਵਰਕਰ ਦਾ ਦਰਜਾ ਦਿੱਤਾ ਜਾ ਚੁੱਕਾ ਹੈ। ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ ਵੀ ਓਨਟਾਰੀਓ ਦੇ ਵਿੱਚ ਇਹ 4000 ਤੋਂ ਮੌਤਾਂ ਦਾ ਅੰਕੜਾ ਜਿਹੜਾ ਇਹ ਅਪ ਜਾਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਤੇ ਇਸੇ ਤਰ੍ਹਾਂ ਕੱਲ ਹੋਇਆ ਜੀ ਫਿਰ ਅਨਾਉਂਸਮੈਂਟ ਜਿਹੜੀ ਬਾਅਦ ਦੇ ਵਿੱਚ ਗਵਰਨਮੈਂਟ ਦੀ ਆਈ, ਜੋ 43 ਨਵੀਆਂ ਮੌਤਾਂ ਹੋਣ ਤੋਂ ਬਾਅਦ ਕੁੱਲ ਮਰੀਜ਼ਾਂ ਦੀ ਮੌਤ ਹੁਣ ਤੱਕ ਕਰੋਨਾ ਵਾਇਰਸ ਕਰਕੇ 4035 ਹੋ ਚੁੱਕੀ ਹੈ ਓਨਟਾਰੀਓ ਦੇ ਵਿੱਚ, ਜਿਹਦੇ ਵਿੱਚੋਂ ਕਿ ਦੇਖੋ ਵੱਡੀ ਤਾਦਾਦ ਦੇ ਵਿੱਚ 1741 ਪੇਸ਼ੈਂਟ ਹੈ ਜਿਹੜੇ ਉਹ ਤਾਂ ਟੋਰਾਂਟੋ ਸ਼ਹਿਰ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਜੀ। ਇੱਕ ਨਵੀਂ ਮੌਤ ਜਿਹੜੀ ਹੈ ਜੀ ਵੀ ਇਹ ਬਰੈਂਪਟਨ ਦੇ ਵਿੱਚ ਵੀ ਕਰੋਨਾ ਵਾਇਰਸ ਕਰਕੇ ਕੱਲ ਅਨਾਉਂਸ ਕੀਤੀ ਗਈ ਸੀ। ਤੇ ਇਸ ਸ਼ਹਿਰ ਦੇ ਵਿੱਚ ਹੁਣ ਕੁੱਲ ਮਿਲਾ ਕੇ ਜੀ ਵੀ 139 ਪੇਸ਼ੈਂਟ ਹੈ ਜਿਹੜੇ ਕਰੋਨਾ ਵਾਇਰਸ ਕਰਕੇ ਹੀ, ਜਦੋਂ ਤੋਂ ਮਾਰਚ ਦੇ ਵਿੱਚ ਇਹ ਗੱਲ ਸ਼ੁਰੂ ਹੋਈ ਸੀ ਇਸ ਸਾਲ ਦੇ ਵਿੱਚ, ਤੇ ਕੁੱਲ ਮਿਲਾ ਕੇ ਅਜੇ ਵੀ ਬਰੈਂਪਟਨ ਦੇ ਵਿੱਚ 1618 ਜਿਹੜੇ ਐਕਟਿਵ ਕੇਸਿਸ ਹੈਗੇ ਆ। ਮਿਸਿਸਾਗਾ ਦੇ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਜਿਹੜੀ ਆ ਉਹ ਵਧੀ ਹੋਈ ਹੈ ਤੇ ਹੁਣ 1049 ਐਕਟਿਵ ਮਰੀਜ਼ ਜਿਹੜੇ ਆ ਉਹ ਮਿਸਿਸਾਗਾ 'ਚ ਹੈਗੇ ਆ ਤੇ 90 ਮਰੀਜ਼ ਕੈਲੀਟਨ ਦੇ ਵਿੱਚ ਵੀ ਪਾਏ ਜਾ ਰਹੇ ਆ। ਕ੍ਰਿਸਮਸ ਦੀਆਂ ਛੁੱਟੀਆਂ ਸਕੂਲਾਂ ਦੇ ਵਿੱਚ ਕੱਲ ਨੂੰ ਹੋ ਜਾਣੀਆਂ ਹੈ ਤੇ ਇਹ ਫਿਰ ਕੱਲ ਦਾ ਦਿਨ ਬੱਚਿਆਂ ਦਾ ਵੈਸੇ ਓਨਟਾਰੀਓ ਦੇ ਵਿੱਚ ਆਖਰੀ ਵੀ ਸਮਝਿਆ ਜਾ ਰਿਹਾ, ਕਿਉਂਕਿ ਕਰੋਨਾ ਵਾਇਰਸ ਦੀ ਮਾਰ ਪੈਣਾ ਜਿਹੜੀ ਉਹ ਘਟ ਨਹੀਂ ਰਹੀ, ਜਿਸ ਕਰਕੇ ਵੀ ਓਨਟਾਰੀਓ ਦੀ ਐਜੂਕੇਸ਼ਨ ਮਿਨਿਸਟਰੀ ਦੇ ਵੱਲੋਂ ਇਹ ਓਨਟਾਰੀਓ ਦੇ ਸਕੂਲ ਬੋਰਡਸ ਨੂੰ ਐਡਵਾਈਜ਼ ਕਰ ਦਿੱਤਾ ਗਿਆ ਵੀ ਇਸ ਤਰੀਕੇ ਦੇ ਨਾਲ ਕੱਲ ਨੂੰ ਜਿਹੜਾ ਬੱਚਿਆਂ ਨੂੰ ਘਰਾਂ ਨੂੰ ਤੋਰਿਆ ਜਾਵੇ, ਉਹਨਾਂ ਦਾ ਸਾਰਾ ਸਮਾਨ ਵਗੈਰਾ ਦੇਖੀ, ਤਾਂ ਕਿ ਵੀ ਜੇ ਹੋ ਸਕਦਾ ਜਨਵਰੀ ਦੇ ਵਿੱਚ ਸਾਰੀਆਂ ਜਿਹੜੀਆਂ ਕਲਾਸਿਸ ਆ ਇਹ ਰਿਮੋਟ ਐਜੂਕੇਸ਼ਨ ਕਰਨੀ ਪਈ ਵੀ ਆਨਲਾਈਨ ਕਲਾਸਿਸ ਹੀ ਹੋਈਆਂ ਤੇ ਫਿਰ ਬੱਚੇ ਜਿਹੜੇ ਘਰਾਂ ਦੇ ਵਿੱਚੋਂ ਉਹ ਆਨਲਾਈਨ ਐਕਸੈਸ ਹੈ ਜਿਹੜੀ ਉਹ ਕਲਾਸਾਂ ਦੀ ਲੈ ਸਕਣ। ਤੇ ਹੁਣ ਤੱਕ ਵੈਸੇ ਟੋਰਾਂਟੋ ਦੇ ਵਿੱਚ ਇਹ ਕਰੋਨਾ ਵਾਇਰਸ ਫੈਲਣ ਕਰਕੇ 15 ਸਕੂਲ ਬੰਦ ਵੀ ਰੱਖੇ ਜਾ ਰਹੇ ਆ। ਤੇ ਪਿਛਲੇ ਸਮੇਂ ਤੋਂ ਇਹ ਕਿਹਾ ਜਾ ਰਿਹਾ ਸੀਗਾ ਜਿਉਂ ਸਤੰਬਰ ਦੇ ਵਿੱਚ ਸਕੂਲ ਖੁੱਲੇ ਸੀ ਕਿ ਸਕੂਲ ਸੇਫ ਨੇ, ਉਹਦਾ ਦੇ ਕਰਕੇ ਜਿਹੜੀ ਆ ਇਹ ਕਰੋਨਾ ਵਾਇਰਸ ਇੱਥੇ ਨਹੀਂ ਵੱਧ ਰਿਹਾ ਓਨਟਾਰੀਓ ਦੇ ਵਿੱਚ, ਪਰ ਹੁਣ ਪ੍ਰੀਕਾਸ਼ਨਰੀ ਜਿਹੜਾ ਜੀ ਭਈ ਇਹ ਸਕੂਲਸ ਜਨਵਰੀ ਤੋਂ ਖੁੱਲਣ ਦੀ ਸੰਭਾਵਨਾ ਘੱਟ ਹੋ ਗਈ ਹੈ ਜੀ। ਪੀਲ ਰੀਜਨ ਦੇ ਵਿੱਚ ਬਰੈਂਪਟਨ ਦੇ ਵਿੱਚ ਸਮਝਿਆ ਜਾ ਰਿਹਾ ਜੀ ਵੀ ਸ਼ਾਇਦ ਅਗਲੇ ਹਫਤੇ ਜਿਹੜੀ ਆ ਇਹ ਕੋਵਿਡ-19 ਦੀ ਨਵੀਂ ਵੈਕਸੀਨ ਆ ਇਹ ਪਹੁੰਚ ਜਾਏਗੀ। ਦਵਾਈ ਦੀ ਗੱਲ ਦੇ ਨਾਲ ਹੀ ਜੀ ਵੀ ਓਨਟਾਰੀਓ ਸਰਕਾਰ ਦੇ ਵੱਲੋਂ ਹੁਣ ਲਾਕਡਾਊਨ ਜੋ ਲਗਾਇਆ ਗਿਆ ਸੀਗਾ ਟੋਰਾਂਟੋ, ਮਿਸਿਸਾਗਾ, ਬਰੈਂਪਟਨ ਤੇ ਕੈਲੀਟਨ ਦੇ ਵਿੱਚ, ਉਸ ਨੂੰ ਰਿਵਿਊ ਕਰਨ ਦਾ ਸਮਾਂ ਵੀ ਆ ਗਿਆ। ਪਰ ਲੱਗ ਇਹ ਰਿਹਾ ਜੀ ਵੀ 21 ਦਸੰਬਰ ਤੋਂ ਅੱਗੇ ਜਿਹੜਾ ਲਾਕਡਾਊਨ ਆ ਜੀ ਵੀ ਇਸੇ ਤਰੀਕੇ ਦੇ ਨਾਲ ਨਵੇਂ ਸਾਲ ਦੇ ਵਿੱਚ ਸਾਨੂੰ ਬਰੈਂਪਟਨ, ਮਿਸਿਸਾਗਾ ਤੇ ਕੈਲੀਟਨ ਦੇ ਵਾਸੀਆਂ ਨੂੰ, ਟੋਰਾਂਟੋ ਦੇ ਵਾਸੀਆਂ ਨੂੰ ਲੈ ਕੇ ਜਾਏਗਾ ਤੇ ਅਜੇ ਲਾਕਡਾਊਨ ਖੁੱਲਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ। ਇਸੇ ਦੌਰਾਨ ਮਿਸਿਸਾਗਾ ਦੀ ਮੇਅਰ ਹੈ ਜੋ ਬੌਨੀ ਕਰੋਂਬੀ, ਉਹਨਾਂ ਨੇ ਕਿਹਾ ਜੀ ਵੀ ਜਿਹੜਾ ਸਮੁੱਚਾ ਗ੍ਰੇਟਰ ਟੋਰਾਂਟੋ ਇਲਾਕਾ ਨੇ ਇਹਨੂੰ ਪੂਰੀ ਤੌਰ ਤੇ ਲਾਕਡਾਊਨ ਕੀਤਾ ਜਾਣਾ ਚਾਹੀਦਾ ਤੇ ਕੰਪਲੀਟ ਲਾਕਡਾਊਨ ਤੋਂ ਬਿਨਾਂ ਜਿਹੜਾ ਜੀ ਵੀ ਕਮਿਊਨਿਟੀ ਸਪਰੈਡ ਆ ਇਹ ਰੁਕਣੀ ਨਹੀਂ ਹੈ ਕਰੋਨਾ ਵਾਇਰਸ ਦੀ, ਕਿਉਂਕਿ ਪਿਛਲੇ ਸਮੇਂ ਤੋਂ ਦੇਖਿਆ ਸੀਗਾ ਵੀ ਜੇ ਇੱਕ ਰੀਜਨ ਦੇ ਵਿੱਚ ਲਾਕਡਾਊਨ, ਤਾਲਾਬੰਦੀ, ਸ਼ਟਡਾਊਨ ਕੀਤਾ ਗਿਆ ਤੇ ਲੋਕ ਜਿਹੜੇ ਆ ਫਿਰ ਉਹ ਦੂਸਰੇ ਰੀਜਨ ਦੇ ਵਿੱਚ ਜਾ ਕੇ ਸ਼ਾਪਿੰਗ ਕਰਦੇ ਨੇ, ਖਾਣਾ ਪੀਣਾ ਖਾਂਦੇ ਨੇ ਤੇ ਜਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਮਿਲਿਆ ਜਾਂਦਾ। ਸੋ ਜੇ ਇਸ ਦੇ ਨਾਲ ਕਿ ਕਮਿਊਨਿਟੀ ਦੇ ਵਿੱਚ ਸਪਰੈਡ ਹੈ ਜਿਹੜਾ ਕਰੋਨਾ ਵਾਇਰਸ ਦਾ ਵੱਧਦਾ, ਅਜਿਹਾ ਕਿਹਾ ਮਿਸਿਸਾਗਾ ਦੀ ਮੇਅਰ ਬੌਨੀ ਕਰੋਂਬੀ ਨੇ। ਇੰਡੀਅਨ ਜੋ ਸਾਡੇ ਪੈਨਸ਼ਨਰਸ ਹਨ ਉਹਨਾਂ ਨੂੰ ਪੈਨਸ਼ਨ ਦੇ ਸਿਲਸਿਲੇ ਦੇ ਵਿੱਚ ਇਹ ਜੀ ਵੀ ਭਾਰਤ ਦੇ ਵਿੱਚ ਹਰ ਸਾਲ ਜੋ ਲਾਈਫ ਸਰਟੀਫਿਕੇਟ ਦੇਣਾ ਪੈਂਦਾ ਜੀ ਵੀ ਉਹ ਭਾਰਤ ਸਰਕਾਰ ਨੇ ਹੁਣ ਕਰੋਨਾ ਵਾਇਰਸ ਕਰਕੇ ਜਿਹੜੀ ਡੈਡਲਾਈਨ 31 ਦਸੰਬਰ ਤੋਂ ਇੱਕ ਵਾਰ ਫਿਰ ਅੱਗੇ ਵਧਾ ਦਿੱਤੀ ਹੈ ਤੇ ਨਵੀਂ ਡੈਡਲਾਈਨ ਜਿਹੜੀ ਹੈ ਜੀ ਵੀ ਉਹ 28 ਫਰਵਰੀ 2021 ਤੈਅ ਕੀਤੀ ਗਈ ਹੈ। ਤੇ ਹੁਣ ਤੱਕ ਕੌਂਸਲਰ ਜਨਰਲ ਦੇ ਸਟਾਫ ਵੱਲੋਂ ਦੱਸਿਆ ਗਿਆ ਸੀਗਾ ਵੀ 6000 ਦੇ ਕਰੀਬ ਜਿਹੜੇ ਲਾਈਫ ਸਰਟੀਫਿਕੇਟ ਆਲਰੇਡੀ ਇਹ ਸੀਨੀਅਰਸ ਨੂੰ ਇਸ਼ੂ ਕੀਤੇ ਜਾ ਚੁੱਕੇ ਆ। ਆਮ ਹਰ ਸਾਲ ਜਿਹੜੇ ਇਹ ਲਾਈਫ ਸਰਟੀਫਿਕੇਟ ਆ ਜੀ ਵੀ ਇਹ 4500 ਤੋਂ 5000 ਦੇ ਕਰੀਬ ਹੁੰਦੇ ਆ। ਬਾਕੀ ਸੀਨੀਅਰਸ ਕਾਫੀ ਇੰਡੀਆ ਵੀ ਚਲੇ ਜਾਂਦੇ ਇਸ ਸੀਜ਼ਨ ਦੇ ਦੌਰਾਨ, ਪਰ ਇਸ ਵਾਰ ਕਰੋਨਾ ਵਾਇਰਸ ਕਰਕੇ ਲੋਕ ਬਹੁਤੇ ਨਹੀਂ ਜਾ ਸਕੇ, ਜਿਸ ਕਰਕੇ ਵੀ ਵੱਡੀ ਤਾਦਾਦ ਦੇ ਵਿੱਚ ਓਨਟਾਰੀਓ ਦੇ ਵਿੱਚ, ਕਿਬੈਕ 'ਚ ਜਾਂ ਫਿਰ ਖਾਸ ਤੌਰ ਤੇ ਮੈਨੀਟੋਬਾ ਦੇ ਵਿੱਚ ਵੀ ਜਿਹੜੇ ਆ ਇੰਡੀਅਨ ਪੈਨਸ਼ਨਰਸ ਉਹਨਾਂ ਨੂੰ ਲਾਈਫ ਸਰਟੀਫਿਕੇਟ ਇਸ਼ੂ ਹੋਏ ਨੇ। ਤੇ ਜਿਨ੍ਹਾਂ ਨੇ ਅਜੇ ਲਾਈਫ ਸਰਟੀਫਿਕੇਟ ਨਹੀਂ ਲਿਆ ਉਹਨਾਂ ਦੇ ਲਈ ਜਿਹੜਾ ਜੀ ਇੱਕ ਤਰੀਕੇ ਦੇ ਨਾਲ ਪ੍ਰੋਸੈਸ ਆਨਲਾਈਨ ਦਾ ਅਜੇ ਵੀ ਖੁੱਲ੍ਹਾ ਤੇ ਲਾਈਫ ਸਰਟੀਫਿਕੇਟ ਆਪਣਾ ਉਹ ਲੈ ਸਕਦੇ ਨੇ। ਕੈਨੇਡਾ ਦੀ ਇਮੀਗ੍ਰੇਸ਼ਨ ਵਾਸਤੇ ਜੋ ਲੋਕ ਅਪਲਾਈ ਕਰਦੇ ਨੇ ਵੀਜ਼ਾ ਵਾਸਤੇ, ਉਹਨਾਂ ਨੂੰ ਬਾਇਓਮੈਟ੍ਰਿਕਸ ਆਪਣੇ ਜਿਹੜੇ ਆ ਜੀ ਦੇਣੇ ਪੈਂਦੇ ਆ, ਉਂਗਲਾਂ ਦੇ ਨਿਸ਼ਾਨ ਵਗੈਰਾ। ਸੋ ਉਹ ਜਿਹੜੇ ਆਪਣੇ ਫਿੰਗਰਪ੍ਰਿੰਟਸ ਵਗੈਰਾ ਦੇਣ ਦੇ ਲਈ ਉਹਦੀ ਫੀ ਆ ਜਿਹੜੀ ਜੀ ਗਵਰਨਮੈਂਟ ਨੇ ਵੀ ਹਰੇਕ ਐਪਲੀਕੈਂਟ ਦੇ ਲਈ ਵੈਸੇ $85 ਰੱਖੀ ਹੋਈ ਹੈ।
ਪਰ ਲੇਕਿਨ ਕਿ $255 ਤੋਂ ਵੱਧ ਕਿਸੇ ਤੋਂ ਨਹੀਂ ਲਏ ਜਾਂਦੇ, ਭਾਵੇਂ ਕਿ ਉਹਨਾਂ ਦੇ ਫੈਮਿਲੀ ਮੈਂਬਰ ਹੋਣ 3 ਤੋਂ ਵੀ ਜ਼ਿਆਦਾ। ਤੇ ਬਾਇਓਮੈਟ੍ਰਿਕਸ ਦੀ ਇਹ ਜੋ ਰਿਕੁਆਇਰਮੈਂਟ ਆ ਉਹ ਪੂਰੀ ਇਸ ਤਰ੍ਹਾਂ ਹੁੰਦੀ ਆ ਜੀ ਵੀ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵੱਲੋਂ ਚਿੱਠੀ ਜਿਹੜੀ ਐਪਲੀਕੈਂਟ ਨੂੰ ਆਈ ਜਾਂਦੀ ਹੈ ਬਾਇਓਮੈਟ੍ਰਿਕਸ ਕਰਵਾਉਣ ਦੇ ਲਈ, ਤੇ ਫਿਰ ਉਸ ਚਿੱਠੀ ਦੇ ਆਧਾਰ ਤੇ ਕੈਨੇਡੀਅਨ ਵੀਜ਼ਾ ਐਪਲੀਕੇਸ਼ਨ ਸੈਂਟਰ ਦੇ ਵਿੱਚ ਆਪਣੀ ਅਪਾਇੰਟਮੈਂਟ ਬਣਾ ਕੇ ਐਪਲੀਕੈਂਟ ਜੋ ਹਨ ਉਹ ਬਾਇਓਮੈਟ੍ਰਿਕਸ ਦੇ ਸਕਦੇ ਨੇ। ਕੋਰੋਨਾ ਵਾਇਰਸ ਦੀ ਜੋ ਦਵਾਈ ਆ ਜੀ ਵੀ ਇਹ ਕੈਨੇਡਾ ਭਰ ਦੇ ਵਿੱਚ ਹੀ ਹੁਣ ਡਿਸਟ੍ਰੀਬਿਊਟ ਕੀਤੀ ਜਾ ਰਹੀ ਹੈ। ਤੁਹਾਨੂੰ ਪਤਾ ਹੀ ਆ ਵੀ ਹਰ ਪੱਧਰ ਤੇ ਫੈਡਰਲ ਹੋਵੇ, ਪ੍ਰੋਵਿੰਸ਼ੀਅਲ ਹੋਵੇ ਜਾਂ ਫਿਰ ਮਿਊਨਿਸਪਲ ਗਵਰਨਮੈਂਟਸ ਕਾਫੀ ਐਕਟਿਵ ਨੇ ਇਸ ਸਿਲਸਿਲੇ ਦੇ ਵਿੱਚ। ਮਿਲਟਰੀ ਸਾਡੀ ਫੌਜ ਨੂੰ ਵੀ ਐਕਟਿਵ ਕੀਤਾ ਗਿਆ ਤੇ ਫਰੰਟ ਲਾਈਨ ਮੈਡੀਕਲ ਵਰਕਰਸ ਤੇ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਦਾ ਦਵਾਈ ਦੇਣ ਦੇ ਵਿੱਚ ਮੇਨ ਰੋਲ ਹੈ, ਤੇ ਉਹਨਾਂ ਨੂੰ ਅੱਜ ਕੱਲ ਜਿਹੜਾ ਇਹ ਟੀਕੇ ਲੱਗਣੇ ਸ਼ੁਰੂ ਹੋ ਗਏ ਆ। ਤੇ ਵੈਕਸੀਨ ਜਿਹੜੀ ਆ ਜੀ ਵੀ ਅਗਲੇ ਹਫਤੇ ਉਮੀਦ ਹੈ ਜਦੋਂ ਬਰੈਂਪਟਨ ਦੇ ਵਿੱਚ ਵੀ ਪਹੁੰਚੇਗੀ ਤੇ ਉਹ ਵੀ ਪ੍ਰਾਇੋਰਟੀ ਦੇ ਨਾਲ ਜਿਹੜਾ ਫਰੰਟ ਲਾਈਨ ਵਰਕਰਸ ਨੂੰ ਪਹਿਲਾਂ ਦਿੱਤੀ ਜਾਣੀ ਆ। ਪਰ ਜਿੰਨੀਆਂ ਵੀ ਕੰਪਨੀਆਂ ਨੇ ਇਹ ਦਵਾਈ ਬਣਾਈ ਆ, ਅਜੇ ਇਹ ਨਹੀਂ ਦੱਸਿਆ ਜਾ ਸਕਿਆ ਵੀ ਇੱਕ ਟੀਕਾ ਜਾਂ 2 ਟੀਕੇ ਦਾ ਜੋ ਉਹ ਕੋਰਸ ਆ ਉਹ ਪੂਰਾ ਕਰਨ ਤੋਂ ਬਾਅਦ ਕਿੰਨੀ ਦੇਰ ਵਾਸਤੇ ਬਾਡੀ ਜਿਹੜੀ ਆ ਜੀ ਇਮਿਊਨ ਰਹਿ ਸਕਦੀ ਆ ਕੋਰੋਨਾ ਵਾਇਰਸ ਤੋਂ। ਇਹ ਸਭ ਕੁਝ ਅਜੇ ਨਵਾਂ ਹੋਣ ਕਰਕੇ ਸਾਇੰਟਿਸਟ ਇਸ ਦੇ ਬਾਰੇ ਕੁਝ ਸਪਸ਼ਟ ਨਹੀਂ ਆਖ ਪਾ ਰਹੇ ਨੇ। ਕਦੇ-ਕਦੇ ਕਿਹਾ ਜਾ ਰਿਹਾ ਜੀ 3 ਮਹੀਨੇ ਹੋ ਸਕਦੇ ਨੇ, ਜਾਂ ਅਜੇ ਕੋਈ ਇਹ ਪਤਾ ਨਹੀਂ ਇਹਦੇ ਬਾਰੇ ਕਿ ਹਰ ਇੱਕ ਬਾਡੀ ਜਿਹੜੀ ਉਹ ਕਿਸ ਤਰ੍ਹਾਂ ਰਿਐਕਟ ਕਰੇਗੀ। ਇਹਦੇ ਵਾਸਤੇ ਜਿਹੜੀ ਸਟੱਡੀ ਆ ਆਲਰੇਡੀ ਜਾਰੀ ਹੈ। ਟੋਰਾਂਟੋ ਪੁਲਿਸ ਨੇ ਇੱਕ ਡੈਨੀਅਲ ਡੋਬਾਜਿਕ ਨਾਂ ਦਾ 45 ਸਾਲ ਦਾ ਬੰਦਾ ਗ੍ਰਿਫਤਾਰ ਕੀਤਾ ਜੀ ਵੀ ਇਸ ਦੇ ਕੋਲੋਂ ਕਾਫੀ ਵੱਡੀ ਤਾਦਾਦ ਦੇ ਵਿੱਚ ਜਿਹੜੀ ਡਰੱਗਸ ਆ ਉਹ ਤਰ੍ਹਾਂ ਦੀ ਕੋਕੀਨ ਵਗੈਰਾ ਇਹ ਫੜ ਹੋਈ ਹੈ, ਜਿਹੜੀ ਕਿ $18 ਮਿਲੀਅਨ ਤੋਂ ਵੀ ਜ਼ਿਆਦਾ ਦੇ ਮੁੱਲ ਦੀ ਹੋ ਸਕਦੀ ਹੈ। ਤੇ ਦੂਸਰਾ ਇਸ ਦੇ ਕੋਲੋਂ ਬਹੁਤ ਸਾਰੀਆਂ ਜਿਹੜੀਆਂ ਪਿਸਟਲਸ ਤੇ ਗਨਸ ਮਿਲੀਆਂ 65, ਸੋ 65 ਦੀ ਗਿਣਤੀ ਆ ਜਿਹੜੇ ਇਹਦੇ ਕੋਲ ਪਿਸਤੌਲ ਵਗੈਰਾ ਫੜ ਹੋਏ ਆ। ਸੋ ਇਹ ਇੱਕ ਦਿਨ ਦੇ ਵਿੱਚ ਟੋਰਾਂਟੋ ਪੁਲਿਸ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਖੇਪ ਆ ਜਿਹੜੀ ਨਸ਼ਿਆਂ ਦੀ ਤੇ ਹਥਿਆਰਾਂ ਦੀ ਫੜੀ ਗਈ ਹੈ। ਸੋ ਕੁੱਲ ਮਿਲਾ ਕੇ ਇਹ ਆ ਜੀ ਵੀ 181 ਤਰ੍ਹਾਂ ਦੀਆਂ ਅਲੱਗ-ਅਲੱਗ ਜਿਹੜੀਆਂ ਡਰੱਗਸ ਜਾਂ ਨਸ਼ੇ ਸੀਗੇ ਵੀ ਇਹ ਨੇ ਜਿਹੜੇ ਉਹ ਲੁਕੋ ਕੇ ਰੱਖੇ ਹੋਏ ਸੀ। ਜਿੰਨੇ ਵੀ ਪਿਸਤੌਲ ਬੰਦੂਕਾਂ ਇਹਦੇ ਕੋਲੋਂ ਫੜ ਹੋਏ ਆ ਜੀ 65 ਦੇ ਵਿੱਚੋਂ ਦੱਸਿਆ ਜਾ ਰਿਹਾ ਵੀ 37 ਇਹਨੇ ਜਿਹੜੇ ਉਹ ਅਮਰੀਕਾ ਤੋਂ ਇੱਥੇ ਲੰਘਾਏ ਹੋਏ ਸੀਗੇ। ਸੋ ਇਹਦੀ ਜਿਹੜੀ ਅਗਲੀ ਅਦਾਲਤ ਦੇ ਵਿੱਚ ਪੇਸ਼ੀ ਆ ਉਹ 7 ਜਨਵਰੀ ਤੈਅ ਹੋਈ ਹੈ ਜੀ। ਬਰੈਂਪਟਨ ਟ੍ਰਾਂਜ਼ਿਟ ਵੱਲੋਂ ਜੋ 47 ਬੱਸਾਂ ਦੇ ਰੂਟ ਨੇ, ਕਹਿ ਲਓ ਸਰਕਾਰੀ ਬੱਸਾਂ ਦੇ ਜੋ ਬਰੈਂਪਟਨ ਦੇ ਵਿੱਚ ਰੂਟ ਨੇ, ਉਹਨਾਂ ਨੂੰ ਅਪਡੇਟ ਕਰ ਦਿੱਤਾ ਗਿਆ ਤੇ ਇਹ ਕਿਹਾ ਗਿਆ ਕਿ 4 ਜਨਵਰੀ ਤੋਂ ਇਹ ਨਾਰਮਲ ਇੱਥੇ ਸਰਵਿਸ ਜਿਹੜੀ ਆ ਉਹ ਬਹਾਲ ਕਰ ਦਿੱਤੀ ਜਾਣੀ ਆ, ਜਿਹਦੇ ਵਿੱਚ ਕਿ ਡਿਕਸੀ, ਪੀਟਰ ਰੌਬਰਟਸਨ, ਸੰਦਲਵੁੱਡ, ਫੈਰਨ ਫੋਰੈਸਟ, ਟੌਰਬਰਮ, ਬ੍ਰੈਮਲੀ, ਇਸ ਤਰ੍ਹਾਂ ਜਿਹੜੇ ਸਾਰੇ ਬਰੈਂਪਟਨ ਦੇ ਵਿੱਚ ਮੇਫੀਲਡ ਵੈਸਟ, ਰੇਲਾਸਨ ਇਹ ਸਾਰੇ ਰੂਟ ਸ਼ਾਮਲ ਨੇ। ਮਕਬੀਨ ਵੇ ਦੇ ਵਿੱਚ ਸ਼ਾਮਲ ਹੈ, ਕਲਾਰਕ ਵੇ ਵੀ, 에ਅਰਪੋਰਟ ਰੋਡ ਵੀ ਤੇ ਗੋਰ ਰੋਡ ਵੀ। ਸੋ ਇਸ ਤਰ੍ਹਾਂ ਕੁੱਲ ਮਿਲਾ ਕੇ ਜ਼ੂਮ ਕੁਈਨ ਸਮੇਤ, ਜ਼ੂਮ ਬੋਵੇਡ ਸਮੇਤ ਜਿਹੜੀਆਂ ਇਹ ਬਰੈਂਪਟਨ ਦੀਆਂ ਸਰਕਾਰੀ ਬੱਸਾਂ ਨੇ 4 ਜਨਵਰੀ ਤੋਂ ਆਮ ਸਰਵਿਸ ਇਹਨਾਂ ਦੀ ਜਿਹੜੀ ਬਹਾਲ ਕੀਤੀ ਜਾਣੀ ਹੈ। ਇਸੇ ਦੌਰਾਨ ਜਿਹੜੇ ਬੱਸ ਸਟਾਪਸ ਹੈਗੇ ਨੇ ਬ੍ਰੈਮਲੀ ਹੈ, ਬਰੈਂਪਟਨ ਗੇਟਵੇ ਹੈ ਤੇ ਡਾਊਨਟਾਊਨ ਟਰਮੀਨਲਸ, ਇਹ ਸਾਰੇ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਖੁੱਲ੍ਹੇ ਰਹਿੰਦੇ ਆ। ਪਰ ਜੇ ਤੁਸੀਂ ਉੱਥੇ ਜਾਣਾ ਤੇ ਫਿਰ ਮਾਸਕ ਪਾਉਣਾ ਜਾਂ ਮੂੰਹ ਆਪਣਾ ਜਿਹੜਾ ਢੱਕ ਕੇ ਜਾਣਾ ਬਹੁਤ ਜ਼ਰੂਰੀ ਹੈ। ਬਰੈਂਪਟਨ ਦੇ ਵਿੱਚ ਖਾਸ ਤੌਰ ਤੇ ਜੀ ਵੀ 311 ਨੰਬਰ ਬਹੁਤ ਪਪੂਲਰ ਹੋ ਰਿਹਾ ਹੈ। 911 ਬਾਰੇ ਤੇ ਬਹੁਤ ਸਾਰੇ ਲੋਕਾਂ ਨੂੰ ਪਤਾ ਹੈ ਵੀ ਇਹ ਐਮਰਜੈਂਸੀ ਹੈਲਪ ਵਾਸਤੇ ਹੁੰਦਾ, ਪਰ 311 ਵਾਸਤੇ ਜਿਹੜੀ ਆ ਉਹ ਜਾਣਕਾਰੀ ਬਹੁਤੇ ਲੋਕਾਂ ਦੇ ਕੋਲ ਨਹੀਂ ਆ। ਸੋ ਕਿਸੇ ਵੀ ਤਰ੍ਹਾਂ ਦੀ ਜਿਹੜੀ ਬਰੈਂਪਟਨ ਸਿਟੀ ਦੀ ਸਰਵਿਸ ਹੈ ਉਹ ਲੈਣ ਦੇ ਲਈ ਨੌਨ ਐਮਰਜੈਂਸੀ, ਖਾਸ ਤੌਰ ਤੇ ਮਿਊਨਿਸਪਲ ਗਵਰਨਮੈਂਟ ਦਾ ਕੋਈ ਪ੍ਰੋਗਰਾਮ ਹੋਵੇ ਤੇ ਜਾਂ ਫਿਰ ਰੀਜਨ ਆਫ ਅਪੀਲ ਦੀ ਕੋਈ ਸਰਵਿਸ ਵਾਸਤੇ 311 ਜਿਹੜਾ ਟੈਲੀਫੋਨ ਨੰਬਰ ਹੈ ਇਹ ਕਾਫੀ ਹੈਲਪਫੁਲ ਹੋ ਸਕਦਾ ਹੈ। ਇਸ ਦੀ ਐਪ ਵੀ ਜਿਹੜੀ ਆ ਉਹ ਬਣਾਈ ਗਈ ਹੈ, ਜਿਹੜੀ ਕਿ ਆਪਣੇ ਫੋਨ ਤੇ ਡਾਊਨਲੋਡ ਕੀਤੀ ਜਾ ਸਕਦੀ ਆ। ਸੋ ਇਹ ਜਿਹੜਾ 311 ਟੈਲੀਫੋਨ ਨੰਬਰ ਹੈ ਜੀ ਵੀ ਇਹ ਦੱਸਿਆ ਗਿਆ ਬਰੈਂਪਟਨ ਸਿਟੀ ਦੇ ਵੱਲੋਂ ਵੀ 150 ਭਾਸ਼ਾਵਾਂ ਦੇ ਵਿੱਚ ਕੰਮ ਕਰਦਾ। ਸੋ ਜ਼ਰੂਰੀ ਨਹੀਂਗਾ ਵੀ ਕਿਸੇ ਨੂੰ ਅੰਗਰੇਜ਼ੀ ਆਉਣੀ ਚਾਹੀਦੀ ਹੈ। ਤੇ ਦੂਸਰਾ ਇਹ ਹੈ ਇਸ ਨੰਬਰ ਤੇ ਜੀ ਵੀ 24 ਘੰਟੇ ਜਿਹੜੀ ਇਨਫੋਰਮੇਸ਼ਨ ਲਈ ਜਾ ਸਕਦੀ ਆ, ਸਾਰਾ ਸਾਲ ਕਿਸੇ ਵੇਲੇ ਵੀ ਫੋਨ ਕੀਤਾ ਜਾ ਸਕਦਾ। ਹੈਲਥ ਕੈਨੇਡਾ ਦੇ ਵੱਲੋਂ ਇੱਕ ਨੋਟਿਸ ਜਾਰੀ ਕਰਕੇ ਕੈਨੇਡਾ ਦੇ ਲੋਕਾਂ ਨੂੰ ਸਾਵਧਾਨ ਕੀਤਾ ਗਿਆ ਕਿ ਜੋ ਆਨਲਾਈਨ ਕਰੋਨਾ ਵਾਇਰਸ ਦੀ ਕੋਈ ਦਵਾਈ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਵਿਕਦੀ ਹੋਵੇ ਭਾਵੇਂ, ਪਰ ਖਰੀਦਣ ਦੀ ਕੋਸ਼ਿਸ਼ ਨਹੀਂ ਕਰਨੀ, ਕਿਉਂਕਿ ਵੀ ਇਹ ਜਿਹੜੀ ਦਵਾਈ ਆ ਜੀ ਵੀ ਨਕਲੀ ਹੋ ਸਕਦੀ ਹੈ, ਖਤਰਨਾਕ ਹੋ ਸਕਦੀ ਹੈ, ਜਾਂ ਫਿਰ ਇਹਦਾ ਟੀਕਾ ਜੇ ਲਵਾਇਆ ਵੀ ਜਾਵੇ ਤੇ ਉਹਦਾ ਕੋਈ ਅਸਰ ਹੀ ਨਹੀਂ ਹੋ ਸਕਦਾ। ਸੋ ਇਸ ਤਰੀਕੇ ਦੇ ਨਾਲ ਇੱਕ ਤੇ ਇਸ ਗੱਲੋਂ ਸਾਵਧਾਨ ਰਹਿਣਾ ਹੈ। ਦੂਸਰਾ ਹੈ ਆਨਲਾਈਨ ਕਿਸੇ ਵਿਕਦੀ ਦਵਾਈ ਬਾਰੇ ਕੋਈ ਪਤਾ ਲੱਗੇ ਕੈਨੇਡੀਅਨ ਅਥਾਰਟੀਜ਼ ਨੂੰ ਤੇ ਉਹ ਕੇਸ ਪੁਲਿਸ ਨੂੰ ਦੇ ਦਿੱਤਾ ਜਾਂਦਾ। ਤੇ ਕੈਨੇਡੀਅਨ ਗਵਰਨਮੈਂਟਸ ਦੇ ਜਿਹੜੇ ਜਿੰਨੇ ਵੀ ਡਿਪਾਰਟਮੈਂਟਸ ਹਨ, ਪ੍ਰੋਵਿੰਸ਼ੀਅਲ, ਮਿਊਨਿਸਪਲ ਜਾਂ ਫਿਰ ਫੈਡਰਲ, ਆਪਸ ਦੇ ਵਿੱਚ ਤਾਲਮੇਲ ਕਰ ਰਹੇ ਨੇ ਕਿ ਆਨਲਾਈਨ ਦਵਾਈ ਜਿਹੜੀ ਆ ਵੀ ਇਹ ਕੈਨੇਡੀਅਨਸ ਤੱਕ ਪਹੁੰਚਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਅੱਜ ਉਹਨਾਂ ਦਾ ਜੋ ਕਰੋਨਾ ਵਾਇਰਸ ਦਾ ਟੈਸਟ ਹੈ ਇਹ ਪੋਜ਼ਿਟਿਵ ਹੋਣ ਬਾਰੇ ਪਤਾ ਲੱਗਾ ਸੀਗਾ। ਉਹਨਾਂ ਨੂੰ ਮਾਈਲਡ ਸਿੰਪਟਮ ਹਨ ਕਰੋਨਾ ਵਾਇਰਸ ਦੇ ਤੇ ਹੁਣ ਉਹ ਸੈਲਫ ਆਈਸੋਲੇਸ਼ਨ ਦੇ ਵਿੱਚ ਚਲੇ ਗਏ ਨੇ 14 ਦਿਨਾਂ ਦੇ ਲਈ। ਠੰਡ ਭਰਿਆ ਮੌਸਮ ਅਗਲੇ ਦਿਨਾਂ ਦੇ ਦੌਰਾਨ ਟੋਰਾਂਟੋ ਦੇ ਵਿੱਚ ਖਾਸ ਤੌਰ ਤੇ ਅਗਲੇ 36 ਘੰਟੇ ਜਾਰੀ ਰਹਿਣ ਦੀ ਜ਼ਰੂਰ ਸੰਭਾਵਨਾ ਹੈ। ਕਈ ਇਲਾਕਿਆਂ ਦੇ ਵਿੱਚ ਬਰਫ਼ਬਾਰੀ ਵੀ ਹੋ ਸਕਦੀ ਹੈ ਤੇ ਜਿਸ ਦੇ ਨਾਲ ਕਿ ਵੀ ਸੜਕੀ ਆਵਾਜਾਈ ਦੇ ਵਿੱਚ ਕੁਝ ਵਿਘਨ ਹੋ ਸਕਦਾ। ਸੋ ਇਸ ਕਰਕੇ ਸਲੋ ਡਾਊਨ, ਸੋ ਹੌਲੀ ਰਫ਼ਤਾਰ ਦੇ ਵਿੱਚ ਗੱਡੀ ਚਲਾਉਣਾ ਬਹੁਤ ਜ਼ਰੂਰੀ ਹੋਏਗਾ।
ਦੁਨੀਆ ਭਰ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ 113 ਦੇਸ਼ਾਂ ਦੇ ਵਿੱਚ 13,500 ਤੋਂ ਵੀ ਜ਼ਿਆਦਾ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਮੌਤ ਹੋਣ ਦੀ ਖਬਰ ਆਈ ਆ। 24 ਘੰਟਿਆਂ 'ਚ 113 ਦੇਸ਼ਾਂ ਦੇ ਵਿੱਚ 13,500 ਜ਼ਿਆਦਾ ਲੋਕਾਂ ਦੀ ਜਿਹੜੀ ਪੇਸ਼ੈਂਟਸ ਦੀ ਡੈਥ ਕੋਰੋਨਾ ਵਾਇਰਸ ਦੇ ਦੱਸਿਆ ਜਾ ਰਿਹਾ। ਤੇ 26 ਤਾਂ ਦੇਸ਼ ਇਹੋ ਜਿਹੇ ਸੀਗੇ ਜਿੱਥੇ ਵੀ ਹਰੇਕ ਦੇ ਵਿੱਚ ਕੈਨੇਡਾ ਉਹਦੇ ਵਿੱਚ ਸ਼ਾਮਲ ਹੈ, ਭਾਰਤ ਉਹਦੇ ਵਿੱਚ ਸ਼ਾਮਲ ਹੈ, ਅਮਰੀਕਾ ਉਹਦੇ ਵਿੱਚ ਸ਼ਾਮਲ ਹੈ ਵੀ 100 ਤੋਂ ਜ਼ਿਆਦਾ ਮਰੀਜ਼ਾਂ ਦੀ ਮੌਤ ਇੱਕ ਦਿਨ ਦੇ ਵਿੱਚ ਹੀ ਹੋਈ। 26 ਇਹੋ ਜਿਹੇ ਦੇਸ਼। ਅਮਰੀਕਾ ਦੇ ਵਿੱਚ 2900 ਦੇ ਕਰੀਬ ਜਿਹੜੇ ਪੇਸ਼ੈਂਟਸ ਆ ਉਹਨਾਂ ਦੀਆਂ ਜਾਨਾਂ ਗਈਆਂ। ਭਾਰਤ ਦੇ ਵਿੱਚ ਦੱਸਿਆ ਜਾਂਦਾ ਜੀ ਵੀ ਕੱਲ 350 ਤੋਂ ਜ਼ਿਆਦਾ ਮੌਤਾਂ ਹੋਈਆਂ ਨੇ। ਤੇ ਕੈਨੇਡਾ ਦੇ ਵਿੱਚ ਕਮਾਲ ਹੋਈ ਪਈ ਆ ਜੀ ਵੀ 140 ਮਰੀਜ਼ਾਂ ਦੀ ਜਾਨ 24 ਘੰਟਿਆਂ ਦੇ ਵਿੱਚ ਕੈਨੇਡਾ ਦੇ ਵਿੱਚ ਚਲੀ ਗਈ ਆ, ਜਿਹਦੇ ਵਿੱਚ ਕਿ ਇੱਕ ਮੌਤ ਬਰੈਂਪਟਨ ਦੇ ਵਿੱਚ ਵੀ ਸ਼ਾਮਲ ਹੈ। ਬ੍ਰਾਜ਼ੀਲ ਦੇ ਵਿੱਚ ਕੱਲ 968 ਮੌਤਾਂ ਹੋਈਆਂ ਨੇ। ਜਰਮਨੀ 749 ਮੌਤਾਂ ਦੀ ਉੱਥੋਂ ਖਬਰ ਹੈ ਜੀ। ਤੇ ਇਟਲੀ ਦੇ ਵਿੱਚੋਂ 680 ਮਰੀਜ਼ਾਂ ਦੀ ਜਾਨ ਜਾਣ ਦੀ ਖਬਰ ਹੈ। ਇੰਗਲੈਂਡ ਦੇ ਵਿੱਚ, ਯੂਕੇ ਦੇ ਵਿੱਚ 612 ਮਰੀਜ਼ਾਂ ਦੀ ਜਾਨ ਗਈ ਆ। ਇਸੇ ਤਰ੍ਹਾਂ ਪਾਕਿਸਤਾਨ, ਬੰਗਲਾਦੇਸ਼ ਉਹਨਾਂ ਦੇਸ਼ਾਂ ਦੇ ਵਿੱਚ ਵੀ ਡਬਲ ਡਿਜਿਟਸ ਦੇ ਵਿੱਚ ਜਿਹੜੀਆਂ ਡੈਥਸ ਨੇ ਉਹਨਾਂ ਦੀਆਂ ਖਬਰਾਂ ਆ ਰਹੀਆਂ ਨੇ। ਸੋ ਤੁਸੀਂ ਆਪਣੇ ਆਪ ਦੇ ਵਿੱਚ ਸੇਫ ਰਹਿਣਾ, ਖੁਸ਼ ਰਹਿਣਾ, ਖਬਰਾਂ ਦੇ ਬੁਲੇਟਿਨ ਦੇ ਨਾਲ ਜੁੜੇ ਸੀ, ਪ੍ਰੋਗਰਾਮਾਂ ਦੇ ਨਾਲ ਜੁੜੇ ਰਹਿਣਾ। ਮੈਂ ਹਾਂ ਤੁਹਾਡੀ ਸੇਵਾ ਵਿੱਚ ਸਤਪਾਲ ਸਿੰਘ ਜੌਹਲ।